स्वागत। मैं हरजिंदर सिंह रंधावा, तुम देख रहे हो पंजाब टेलीविजन और मेरे नाल ने राजीव भास्कर। भास्कर साहब जी आया। बहुत बहुत शुक्रिया रंधावा जी। भास्कर साहब, तविਆਂ ਦਾ ਦੌਰ ਹੁੰਦਾ ਸੀ, ਕੋਠੇ ਤੇ ਸਪੀਕਰ ਜੋੜਦੇ ਹੁੰਦੇ ਸੀ। ਉਸ ਤੋਂ ਬਾਅਦ ਦੌਰ HMV ਦਾ ਆਇਆ, ਰੀਲਾਂ ਵਾਲਾ। ਤੇ ਉਦੋਂ ਇੱਕ ਫਾਈਨ ਟੱਚ ਕੰਪਨੀ ਆਈ ਸੀਗੀ ਰਜਿੰਦਰ ਸਿੰਘ ਦੀ। ਰਜਿੰਦਰ ਸਿੰਘ ਨੇ ਮੁੰਡੇ ਪੱਗ ਬੰਨਣ ਵਾਲੇ ਲਿਆਂਦੇ, ਦਲਜੀਤ ਦੋਸਾਂਝ ਵੀ ਸੀਗਾ ਤੇ ਉਹਨਾਂ ਦੇ ਵਿੱਚ ਨਿੱਕੂ ਵਰਗੇ ਲੋਕ ਵੀ ਸੀਗੇ। ਫਿਰ ਉਦੋਂ ਦੇ ਦੇ ਗੇੜਾ ਗੀਤ ਬੜਾ ਮਸ਼ਹੂਰ ਹੋਇਆ ਸੀ, ਯਾਦ ਹੋਣਾ ਤੁਹਾਨੂੰ, ਬਲਬੀਰ ਬੋਪਾ ਰਾਏ ਦਾ ਦੇ ਦੇ ਗੇੜਾ। ਹੁਣ ਉਹ ਦੇ ਦੇ ਗੇੜਾ ਵਾਲੀ ਗੱਲ ਮੈਨੂੰ ਤਾਂ ਯਾਦ ਆਈ ਕਿ ਚੋਣ ਕਮਿਸ਼ਨ ਕਹਿੰਦਾ ਮੇਰੀਆਂ ਤਿਆਰੀਆਂ ਪੰਜਾਬ 'ਚ ਮੁਕੰਮਲ ਆ ਤੇ ਗੇੜਾ ਦਿੱਤਾ ਜਾਣ ਲੱਗ ਗਿਆ। ਹੁਣ ਗੇੜੇ ਦੀ ਜੇ ਗੱਲ ਕਰਨੀ ਹੋਵੇ ਤੇ 64 ਅਕਾਲੀਆਂ ਨੇ ਅਨਾਉਂਸ ਕੀਤੀਆਂ, ਭਾਵੇਂ ਬਾਅਦ 'ਚ ਰੌਲੇ ਵੀ ਪੈਂਦੇ। ਤੇ ਮਗਰੇ ਹੀ ਆਮ ਆਦਮੀ ਪਾਰਟੀ ਨੇ ਵੀ ਕੱਲ ਕਾਫੀ ਸੀਟਾਂ ਅਨਾਉਂਸ ਕਰਤੀਆਂ, ਉਹੀ ਅਹੁਦੇ ਦੀ ਆਸ ਨਾ ਰੱਖਿਓ ਵਾਲੀਆਂ। ਤੇ ਇਸ ਤੋਂ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਨੇ ਲਾਲ ਸਿੰਘ ਦੀ ਅਗਵਾਈ 'ਚ ਚੋਣ ਮੈਨੀਫੈਸਟੋ ਲਾਗੂ ਕਰਨ ਵਾਲੀ ਕਮੇਟੀ ਬਣਾਤੀ। ਆ ਵੇਖੋ ਜੀ, ਦੇਖਣ ਵਾਲੀ ਗੱਲ ਆ ਕਿ ਪੌਣੇ 5 ਸਾਲ ਬਾਅਦ ਚੋਣ ਮੈਨੀਫੈਸਟੋ ਲਾਗੂ ਕਰਨਾ ਚਾਹੀਦਾ। ਇੱਕ ਕਦਮ ਅੱਗੇ ਜਾਊਂਗਾ, ਮੈਨੂੰ ਗਡਕਰੀ ਸਾਹਿਬ ਦਾ ਬਿਆਨ ਬਹੁਤ ਦਿਲਚਸਪ ਲੱਗਿਆ। ਕਹਿੰਦੇ ਕੋਈ ਖੁਸ਼ ਨਹੀਂ, ਸਭ ਉਦਾਸ ਆ, ਆਸੇ ਪਾਸੇ ਨਜ਼ਰ ਮਾਰੋ। ਅਖੇ MLA ਇਸ ਕਰਕੇ ਖੁਸ਼ ਨਹੀਂ ਕਿ ਮੰਤਰੀ ਨਹੀਂ ਬਣ ਸਕਿਆ, ਮੰਤਰੀ ਇਸ ਕਰਕੇ ਖੁਸ਼ ਨਹੀਂ ਚੰਗਾ ਮਹਿਕਮਾ ਨਹੀਂ ਮਿਲਿਆ, ਜਾਂ ਮੁੱਖ ਮੰਤਰੀ ਨਹੀਂ ਬਣ ਸਕਿਆ। ਤੇ ਮੁੱਖ ਮੰਤਰੀ ਇਸ ਕਰਕੇ ਨਹੀਂ ਖੁਸ਼, ਕਦੋਂ ਲਾਤਾ ਜਾਵੇ ਪਤਾ ਨਹੀਂ। ਤੁਸੀਂ ਹਿਮਾਚਲ ਦੇ ਮੁੱਖ ਮੰਤਰੀ ਦੀਆਂ ਗੱਲਾਂ ਵੀ ਕਰਨੀਆਂ ਮੈਨੂੰ ਪਤਾ, ਲੇਕਿਨ ਕਈ ਵਾਰੀ ਬੰਦਾ ਘਰੋਂ ਮਿੱਥ ਕੇ ਆਉਂਦਾ ਹੈ ਕਿ ਅੱਜ ਆਹ ਬਿਆਨ ਦੇਣਾ ਤੇ ਇਸ ਬਿਆਨ ਦੇ ਆਹ ਨਤੀਜੇ ਨਿਕਲਣੇ ਆ। ਹਰਿੰਦਰ ਸਿੰਘ ਕਾਲੋਂ ਇੱਕ ਬੇਪਛਾਣ ਜਿਹਾ ਚਿਹਰਾ, ਭਾਵੇਂ ਪੁਰਾਣੇ ਦੌਰ 'ਚ ਨਾ ਹੋਵੇ, ਮੈਂ ਨਹੀਂ ਜ਼ਿਆਦਾ ਜਾਣਦਾ, ਲੇਕਿਨ ਜੁਗਾੜਬੰਦੀ ਪੂਰੀ ਰਹੀ ਸਦਾ। ਹਰਿੰਦਰ ਸਿੰਘ ਕਾਲੋਂ ਇੱਕ ਬਿਆਨ ਦਿੰਦੇ ਆ ਕਿਸਾਨਾਂ ਦੇ ਖਿਲਾਫ ਮਿੱਥ ਕੇ, ਤੇ ਆਪਾਂ ਉਵੇਂ ਹੀ ਰਿਐਕਟ ਕਰਦੇ ਆ ਜਿਵੇਂ ਉਹ ਘਰੋਂ ਸੋਚ ਕੇ ਆਏ ਸੀ ਵੀ ਇੰਨਾ ਕੁ ਪ੍ਰਤੀਕਰਮ ਹੋਊ। ਜੇ ਅਗਲੇ ਦਿਨਾਂ ਦੇ ਵਿੱਚ ਅਸੀਂ ਇਸ ਸਧਾਰਨ ਸ਼ਖਸ ਨੂੰ ਬਹੁਤ ਅਹਿਮ ਬਣਾ ਦਿੰਦੇ ਆ ਤਾਂ ਗਲਤੀ ਉਹਦੀ ਨਹੀਂ, ਉਹ ਤਾਂ ਸਿਆਣਾ ਹੈ, ਗਲਤੀ ਸਾਡੀ ਆ। ਲੇਕਿਨ ਕਿਸਾਨਾਂ ਨੂੰ, ਕਿਸਾਨੀ ਮਾਮਲਿਆਂ ਦੇ ਵਿੱਚ ਔਰ ਕੁਝ ਸਰਕਾਰਾਂ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਨੇ ਜਿਹੜੇ ਨੋਟਿਸ ਜਾਰੀ ਕੀਤੇ ਆ, ਪੁਲਿਸ ਨੂੰ ਨੋਟਿਸ ਜਾਰੀ ਕੀਤੇ ਆ, ਉਹ ਮੱਥੇ ਦੀ ਸ਼ਿਕਨ ਵਧਾਉਂਦੇ ਆ ਕਿ ਆਖਰ ਆਉਂਦੇ ਦਿਨੀ ਕਿਸਾਨੀ ਅੰਦੋਲਨ ਕਿਸ ਦਿਸ਼ਾ ਨੂੰ ਜਾਊਗਾ। ਮੈਂ ਮੁੜ ਕੇ ਆਵਾਂ, ਆਹ ਦੇ ਦੇ ਗੇੜਾ ਵਾਲੀ ਗੱਲ ਦੱਸਿਓ। ਗੇੜਾ ਦਿੱਤਾ ਜਾਣ ਲੱਗਿਆ ਤੇ ਪੰਜਾਬ ਦੇ ਚੋਣ ਕਮਿਸ਼ਨ ਕਹਿੰਦੇ ਭਾਰਤੀ ਚੋਣ ਕਮਿਸ਼ਨ ਨਾਲ ਕਈ ਮੀਟਿੰਗਾਂ ਹੋ ਗਈਆਂ, ਸਾਡੇ ਪ੍ਰਬੰਧ ਮੁਕੰਮਲ ਆ, ਅਸੀਂ ਤਿਆਰ ਜੇ, ਹੁਣ ਆ ਜਾਓ ਪਿੰਡ 'ਚ, ਅਨਾਉਂਸਮੈਂਟ ਹੋ ਸਕਦੀ ਹੈ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ, ਗੱਲ ਤੇ ਦੇ ਗੇੜਾ ਵਾਲੀ ਹੈਗੀ ਹੈ। ਚੋਣ ਕਮਿਸ਼ਨ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਲੋਕਾਂ ਨੂੰ, ਪੋਲੀਟੀਸ਼ੀਅਨਸ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਵੀ ਸਾਡੀ ਤਿਆਰੀ ਪੂਰੀ ਹੈ। ਇੱਥੇ ਤੱਕ ਕਿ ਬੂਥ ਜ਼ਿਆਦਾ ਲਾਏ ਜਾਣਗੇ ਔਰ ਕੀ ਅਰੇਂਜਮੈਂਟ ਹੋਏਗਾ। ਪੋਲੀਟੀਕਲ ਪਾਰਟੀ ਦੇ ਰਿਪਰੈਜ਼ੈਂਟੇਟਿਵ ਨੂੰ ਬੁਲਾ ਕੇ ਇਹ ਗੱਲ ਦੱਸੀ ਵੀ ਗਈ ਔਰ ਇਸ ਗੱਲ ਵਾਸਤੇ ਉਹਨਾਂ ਨੂੰ ਪੂਰੇ ਨਿਰਦੇਸ਼ ਦਿੱਤੇ ਗਏ। ਹੁਣ ਹਾਲਾਤ ਤੇ ਇੱਦਾਂ ਦੇ ਹੈਗੇ ਹੈ ਜਿੱਦਾਂ ਮਾਰਚ 2020 ਦੇ ਵਿੱਚ ਕਈ ਲੋਕਾਂ ਨੇ ਅਪ੍ਰੈਲ ਮਈ ਦੀ ਸ਼ਾਦੀਆਂ ਰੱਖੀ ਸੀਗੀ। ਸ਼ਾਦੀਆਂ ਤੋਂ ਪਹਿਲੇ ਤੁਹਾਨੂੰ ਯਾਦ ਹੋਏਗਾ ਨੈਸ਼ਨਲ ਲੋਕਡਾਊਨ ਲੱਗ ਗਿਆ ਸੀਗਾ। ਲੋਕਡਾਊਨ ਤੋਂ ਬਾਅਦ ਵੀ ਕੋਵਿਡ ਰਿਸਟ੍ਰਿਕਸ਼ਨਸ ਲੱਗੀ ਸੀਗੀ ਕਿ ਕੋਈ ਕਹਿੰਦੇ ਸੀ 20 ਬੰਦਿਆਂ ਤੋਂ ਜ਼ਿਆਦਾ ਸ਼ਾਦੀ 'ਚ ਨਹੀਂ ਆਉਣੇ ਚਾਹੀਦੇ, ਕੋਈ 21 'ਚ ਨਹੀਂ ਆਉਣੇ। ਕਈ ਦੁੱਲੇ ਵੀ ਇਸ ਚੱਕਰ 'ਚ ਅੰਦਰ ਹੋ ਗਏ ਸੀ ਕਿ 20 ਛੱਡ ਕੇ 25 ਬੰਦੇ ਹੋ ਗਏ। ਉਹਨਾਂ ਦੀ ਰਿਸਟ੍ਰਿਕਸ਼ਨਸ ਹੁਣ ਪੰਜਾਬ ਦੇ ਵਿੱਚ ਲੱਗੀ ਹੋਈ ਹੈ, ਭਾਵੇਂ ਕੋਵਿਡ ਕਰਕੇ ਤੇ ਨਹੀਂ ਲੱਗੀ, ਪਰ ਹੁਣ ਕਿਸਾਨਾਂ ਨੇ ਲਾਤੀ ਹੈ ਵੀ ਜੇ ਕਿਤੇ ਤੁਹਾਡੇ 300 ਬੰਦੇ ਦੇ ਉੱਤਰ ਹੋ ਗਏ, ਉਹ ਖਾਸ ਕਰਕੇ ਸਰਕਾਰੀ ਕਾਰਜਕ੍ਰਮ ਦੇ ਵਿੱਚ ਵੀ, ਤਾਂ ਫਿਰ ਕਿਸਾਨ ਆ ਜਾਣਗੇ ਦੁੱਲੇ ਸਮੇਤ 12 ਸਾਰਿਆਂ ਨੂੰ ਫੜ ਕੇ ਲੈ ਜਾਣਗੇ। ਔਰ ਬਾਕੀ ਦੂਜੀ ਪੋਲੀਟੀਕਲ ਪਾਰਟੀਆਂ, ਉਹਨਾਂ ਨੂੰ ਤੇ ਬਰਾਤ ਕੱਢਣ ਤੋਂ ਹੀ ਮਨਾ ਕਰਤਾ। ਔਰ ਉਹ ਇੰਨਾ ਕੁ ਤੜਪ ਰਹੀ ਹੈ ਕਿ ਵੀ ਅਸੀਂ ਅਗਰ ਲੋਕਾਂ ਦੇ ਵਿੱਚ ਜਾਣ ਜੋਗੇ ਹੀ ਨਹੀਂ ਰਹੇ, ਸਾਨੂੰ ਲੋਕਾਂ ਦੇ ਜਾਣ ਤੋਂ ਰੋਕ ਦਿੱਤਾ ਗਿਆ, ਤੇ ਅਸੀਂ ਪੋਲ ਕੈਂਪੇਨ ਕਿਵੇਂ ਕਰਾਂਗੇ। ਔਰ ਦੂਜੀ ਗੱਲ, ਇੱਕ ਦੂਜੇ ਤੋਂ ਅੱਗੇ ਵਧਣ ਦੀ ਹੋੜ ਸਾਰੀ ਪੋਲੀਟੀਕਲ ਪਾਰਟੀਆਂ ਦੇ ਵਿੱਚ ਹੈਗੀ ਹੈ। ਹੁਣ ਚੋਣ ਕਮਿਸ਼ਨ ਨੇ ਇਹ ਅਨਾਉਂਸ ਕਰਤਾ ਕਿ ਸਮੇਂ ਤੇ ਅਸੀਂ ਚੋਣਾਂ ਕਰਾਵਾਂਗੇ। ਔਰ ਉਸ ਤੋਂ ਬਾਅਦ ਜਿੰਨੀ ਵੀ ਪੋਲੀਟੀਕਲ ਪਾਰਟੀਆਂ, ਖਾਸ ਕਰਕੇ ਅਕਾਲੀ ਦਲ ਕਹੀਏ ਜਾਂ ਆਮ ਆਦਮੀ ਪਾਰਟੀ ਕਹੀਏ, ਇਹਨਾਂ ਦੋਨੋਂ ਪਾਰਟੀਆਂ ਨੇ ਆਪਣੇ 70 ਦੇ ਕਰੀਬ ਉਮੀਦਵਾਰ ਉਤਾਰ ਵੀ ਦਿੱਤੇ। ਉਹ ਉਮੀਦਵਾਰ ਉਤਾਰਨ ਕਰਕੇ ਮਾੜੀ ਮੋਟੀ ਜੀ ਹਿਲਜੁਲ ਕਈ ਕੌਂਸਟੀਚੁਐਂਸੀਜ਼ ਦੇ ਵਿੱਚ ਹੋਈ, ਕੁਝ ਨਾਰਾਜ਼ ਹੋਏ, ਕੁਝ ਖੁਸ਼ ਹੋਏ। ਚਲੋ ਉਸ ਤੋਂ ਬਾਅਦ ਪੀਪਾ ਸੈੱਟ ਹੋ ਜਾਂਦਾ ਹੈ, ਜਦ ਮਾੜਾ ਮੋਟਾ ਜਿਹਾ ਭਾਂਡੇ ਖੜਕਦੇ ਨੇ, ਉਸ ਤੋਂ ਬਾਅਦ ਸਾਰੀ ਚੀਜ਼ ਸੈੱਟ ਹੋ ਜਾਂਦੀ ਹੈ। ਦੂਜੇ ਪਾਸੇ ਕਾਂਗਰਸ ਦੇ ਵਿੱਚ ਉਹ ਖੜਾਕਾ ਹਜੇ ਤੱਕ ਚੱਲ ਰਿਹਾ ਹੈ। ਫਿਲਹਾਲ 15 ਦਿਨ ਤੋਂ 5 ਦਿਨ ਤੋਂ 10 ਦਿਨ ਤੋਂ ਇਹ ਖੜਾਕਾ ਸ਼ਾਂਤ ਜ਼ਰੂਰ ਹੈ, ਪਰ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪਤਾ ਹੈ ਕਿ ਇਹ ਤੂਫਾਨ ਤੋਂ ਪਹਿਲੇ ਦੀ ਸ਼ਾਂਤੀ ਹੈਗੀ ਹੈ।
ਔਰ ਨਵੰਬਰ ਦੇ ਮਹੀਨੇ ਦੇ ਵਿੱਚ ਇਹ ਫਿਰ ਅਸ਼ਾਂਤੀ ਆਉਣ ਵਾਲੀ ਹੈ, ਫਿਰ ਕੁਝ ਖੜਾਕੇ ਹੋਣਗੇ। ਉਸ ਤੋਂ ਪਹਿਲੇ ਮੈਂ ਕੁਝ ਕਰ ਜਾ ਦਾ ਮਤਲਬ ਹੈ ਕਿ ਪੋਲ ਮੈਨੀਫੈਸਟੋ ਦੇ ਵਿੱਚ ਕੀਤੇ ਹੋਏ ਵਾਅਦੇ 2017 ਦੇ, ਹਾਲਾਂਕਿ ਕੈਪਟਨ ਅਮਰਿੰਦਰ ਸਿੰਘ 10 ਤੋਂ ਵੱਧ ਵਾਰ ਇਹ ਗੱਲ ਕਹਿ ਚੁੱਕੇ ਨੇ ਕਿ ਅਸੀਂ 485 ਦੇ ਕਰੀਬ ਵਾਅਦੇ ਪੂਰੇ ਕਰਤੇ ਔਰ 15 ਕੁ ਵਾਅਦੇ ਸਿਰਫ ਰਹਿ ਗਏ। ਔਰ ਉਸ ਤੋਂ ਇਲਾਵਾ ਵੀ ਹਾਈਕਮਾਨ ਉਹਨਾਂ ਦੇ ਬਸਤੇ ਦੇ ਵਿੱਚ 18 ਨੁਕਾਤੀ ਪ੍ਰੋਗਰਾਮ ਪਾ ਕੇ ਦਿੱਲੀ ਤੋਂ ਪੰਜਾਬ ਵਾਪਸ ਭੇਜਦੀ ਹੈ। ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਜਿਹੜੇ ਨਵੇਂ PPCC ਪ੍ਰਧਾਨ ਬਣੇ, ਹਾਲਾਂਕਿ ਬਣੇ ਸੀਗੇ, ਉਹ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੀ ਖਿਲਾਫਤ ਕੀਤੀ ਸੀ। ਉਸ ਤੋਂ ਬਾਵਜੂਦ ਵੀ ਹਾਈਕਮਾਨ ਨੇ ਥੋਪਤੇ ਸੀਗੇ। ਉਹ ਵੀ ਇੱਕ 5 ਨੁਕਾਤੀ ਪ੍ਰੋਗਰਾਮ ਦੀ ਚਿੱਠੀ ਦੇ ਕੇ ਕੈਪਟਨ ਅਮਰਿੰਦਰ ਸਿੰਘ ਕੋਲ ਜਾਂਦੇ ਨੇ ਔਰ ਕਿਹਾ ਜਾਂਦਾ ਹੈ ਕਿ ਵੀ ਇਹਦਾ ਤੇ ਇਹਨਾਂ ਮਸਲਿਆਂ ਦਾ ਹੱਲ ਤੇ ਛੇਤੀ ਕਰੋ। ਉਹ ਛੇਤੀ ਤੋਂ ਛੇਤੀ ਵੀ ਤਕਰੀਬਨ ਮਹੀਨੇ ਤੋਂ ਉੱਤੇ ਹੋ ਗਿਆ। ਉਹ 5 ਨੁਕਾਤੀ ਪ੍ਰੋਗਰਾਮ ਦੇ ਉੱਤੇ ਲੈਟਰ ਦੇਂਦਾ, ਸਿੱਧੂ ਵੀ ਚੁੱਪ ਤੇ ਕੈਪਟਨ ਵੀ ਚੁੱਪ। ਉਹਨਾਂ 5 ਮੁੱਦਿਆਂ ਦੇ ਉੱਤੇ ਇੱਕ ਡੱਕਾ ਨਹੀਂ ਤੋੜਿਆ ਗਿਆ, ਸਿਵਾਏ PPA ਐਗਰੀਮੈਂਟ ਨੂੰ ਰੱਦ ਕਰਨ ਵਾਸਤੇ ਇੱਕ ਚਿੱਠੀ PSPCL ਨੂੰ ਲਿਖੀ ਔਰ ਦੂਜੀ ਚਿੱਠੀ ਹਜੇ ਉਹਨਾਂ ਨੂੰ ਨੋਟਿਸ ਦੇਣ ਦੀ ਗੱਲ ਕੀਤੀ, ਹਜੇ ਤੱਕ ਦਿੱਤੇ ਨਹੀਂ ਮੇਰੇ ਖਿਆਲ ਨਾਲ। ਔਰ PSPCL ਦੇ ਜਿਹੜੇ ਚੇਅਰਮੈਨ ਨੇ A ਵੇਨੂ ਪ੍ਰਸਾਦ ਉਹ ਸ਼ਖਸ ਨੇ ਜਦ ਇਹ ਐਗਰੀਮੈਂਟ ਸਾਈਨ ਕੀਤੇ ਗਏ ਸੀ ਤੇ ਡਰਾਫਟ ਕਮੇਟੀ ਦੇ ਵਿੱਚ ਇੱਕ ਮੁੱਖ ਰੋਲ ਉਹਨਾਂ ਨੇ ਨਿਭਾਇਆ ਸੀਗਾ, ਕਿਉਂਕਿ ਅਕਸਰ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਜ਼ਿਕਰ ਕਰਦੇ ਹਾਂ ਕਿ PPA ਐਗਰੀਮੈਂਟ ਨੂੰ ਬਣਾਉਣ ਵਾਲੇ, ਉਹਨਾਂ ਨੂੰ ਸਾਈਨ ਕਰਨ ਵਾਲੇ ਅਫਸਰਾਂ ਤੇ ਉਸ ਟਾਈਮ ਦੇ ਪੋਲੀਟੀਸ਼ੀਅਨ ਦੀ ਗੱਲ ਕਰੀਏ ਤੇ ਸੁਖਬੀਰ ਬਾਦਲ ਉਹਨਾਂ ਉਸ ਟਾਈਮ ਪਾਵਰ ਮਿਨਿਸਟਰ ਹੁੰਦੇ ਸੀਗੇ, ਉਹਨਾਂ ਦੇ ਖਿਲਾਫ ਕੋਈ ਐਕਸ਼ਨ ਕਿਉਂ ਨਹੀਂ ਹੋਇਆ। ਹੁਣ ਕੈਪਟਨ ਅਮਰਿੰਦਰ ਸਿੰਘ ਚਿੱਠੀ ਲਿਖਦੇ ਨੇ PSPCL ਦੇ ਚੇਅਰਮੈਨ A ਵੇਨੂ ਪ੍ਰਸਾਦ, ਉਹ ਉਸ ਐਗਰੀਮੈਂਟ ਦੇ ਲਿਖੇ ਜਾਣ ਦੇ ਉੱਤੇ ਇੱਕ ਵਿਸ਼ੇਸ਼ ਰੋਲ ਅਦਾ ਕਰਦੇ ਨੇ, ਯਾਨੀ ਉਹ ਡਰਾਫਟ ਕਮੇਟੀ ਦੇ ਤਕਰੀਬਨ ਹੈਡ ਹੀ ਹੁੰਦੇ ਨੇ। ਨਹੀਂ ਮੈਂ ਦੇਖੋ ਇਹ ਤੁਸੀਂ ਜ਼ਿੰਮੇਵਾਰੀ ਨਾਲ ਕਹਿ ਰਹੇ ਹੋ, ਕਿਉਂਕਿ ਮੇਰੇ ਕੋਲ ਇਸ ਤਰ੍ਹਾਂ ਦੀ ਕੋਈ, ਕਿਉਂਕਿ ਮੈਂ ਇਹਦੇ ਬਹੁਤ ਡੀਪ ਨਹੀਂ ਗਿਆ ਤੇ ਹਾਂ ਅੱਛਾ ਮੈਨੂੰ ਨਹੀਂ ਸੀ ਪਤਾ। ਐਗਰੀਮੈਂਟ ਕਮੇਟੀ ਦੀ ਡਰਾਫਟ ਕਮੇਟੀ ਦੇ ਵਿੱਚ ਉਹ ਸੀਗੇ ਔਰ ਉਹ ਵੀ ਇੱਕ ਮੁੱਖ ਰੋਲ ਉਹਨਾਂ ਦਾ ਵੀ ਸੀਗਾ ਕਿ ਉਸ ਔਰ ਉਦੋਂ ਇਹਦੀ ਜਿਹੜਾ ਮਾਫ ਕਰਨਾ ਪਾਵਰ ਮਿਨਿਸਟਰੀ ਸੁਖਬੀਰ ਕੋਲੇ ਸੀਗੀ ਮੇਰੇ ਖਿਆਲ ਨਾਲ, ਸੁਖਬੀਰ ਬਾਦਲ ਕੋਲ ਨਹੀਂ ਮੇਰਾ ਖਿਆਲ ਸੁਖਬੀਰ ਕੋਲ ਨਹੀਂ ਸੀ, ਲੇਕਿਨ ਫਿਰ ਵੀ ਕਿਉਂਕਿ ਉਹ ਡਿਪਟੀ ਮੁੱਖ ਮੰਤਰੀ ਸੀਗੇ ਤੇ ਉਹ ਪ੍ਰਭਾਵੀ ਸੀਗੇ, ਇਹ 'ਚ ਕੋਈ ਦੋ ਰਾਵਾਂ ਨਹੀਂ। ਲੇਕਿਨ ਇਹਨੂੰ ਜਰਾ ਤੱਥਾਂ ਨੂੰ ਆਪਾਂ ਦਰੁਸਤ ਕਰਾਂਗੇ, ਸ਼ਾਇਦ ਸੁਖਬੀਰ ਉਦੋਂ ਪਾਵਰ ਮਿਨਿਸਟਰ ਨਹੀਂ ਸੀਗੇ। ਦੇਖੋ ਜਿਹੜੀ ਊਰਜਾ, ਜਿਹੜੇ ਰੀਨਿਊਏਬਲ એનર્ਜੀ ਦੇ ਸੀਗੇ ਉਹ ਮਜੀਠੀਆ ਜੀ ਸੀਗੇ ਔਰ ਪਾਵਰ ਮਿਨਿਸਟਰ ਜਿੱਥੇ ਤੱਕ ਮੈਨੂੰ ਯਾਦ ਹੈ, ਹੋ ਸਕਦਾ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਏ, ਲੇਕਿਨ ਜਿੱਥੇ ਤੱਕ ਮੈਨੂੰ ਯਾਦ ਹੈ ਕਿ ਉਹਦੇ ਵਿੱਚ ਸੁਖਬੀਰ ਬਾਦਲ ਹੋਣਾ ਸ਼ਾਇਦ ਪਾਵਰ ਮਿਨਿਸਟਰੀ ਉਹਨਾਂ ਕੋਲ ਹੀ ਸੀਗੀ ਬਤੌਰ ਉਪ ਮੁੱਖ ਮੰਤਰੀ, ਜਾਂ ਫਿਰ ਬਾਦਲ ਸਾਹਿਬ ਕੋਲ ਹੋਏਗੀ, ਬਾਦਲ ਸਾਹਿਬ ਕੋਲ ਹੋਏਗੀ। ਹਾਂ ਜੀ ਉਹਦੇ ਵਿੱਚ ਹੁਣ ਜਿਹੜੇ ਵਾਅਦਿਆਂ ਦੀ ਗੱਲ ਕਰ ਰਹੇ ਆ, ਕੈਪਟਨ ਸਾਹਿਬ ਨੇ ਕੱਲ ਇੱਕ ਹੋਰ ਦਾਅਵ ਖੇਡਿਆ, ਇੱਕ ਕਮੇਟੀ ਬਣਾਤੀ ਜਿਹਦੇ ਵਿੱਚ ਉਹ 3 MLA ਤੇ ਉਹ ਲਾਲ ਸਿੰਘ ਜੀ ਜਿਨ੍ਹਾਂ ਦੀ ਡਿਊਟੀ ਆਪਣੇ ਘਰ ਦੇ ਵਿੱਚ ਬੈਠ ਕੇ ਲੋਕਾਂ ਦੀ ਸਮੱਸਿਆ ਹੱਲ ਕਰਨ ਵਾਸਤੇ ਲਾਈ ਸੀ। ਉਹਦੇ ਵਿੱਚ 2 ਕੁ ਨਾਮ ਉਹਨਾਂ ਨੇ ਹੋਰ ਐਡ ਕੀਤੇ, ਜਿਹਦੇ ਵਿੱਚ ਉਹਨਾਂ ਦੇ ਪੋਲੀਟੀਕਲ ਸੈਕਟਰੀ ਕੈਪਟਨ ਸੰਦੀਪ ਸੰਧੂ ਤੇ ਇੱਕ ਕਾਲਮਨਿਸਟ ਉਹ ਵੀ ਉਹਦੇ ਵਿੱਚ ਇਨਕਲੂਡ ਕੀਤੇ, ਤਾਂ ਕਿ ਉਹ ਮੈਨੀਫੈਸਟੋ ਦੇ ਵਿੱਚ ਕੀਤੇ ਹੋਏ ਵਾਅਦਿਆਂ ਨੂੰ ਇੱਕ ਲਾਈਨ ਬਾਈ ਲਾਈਨ ਆਪਾਂ ਕਿੱਦਾਂ ਪੂਰਾ ਕੀਤਾ ਹੈ ਉਹਦਾ ਇੱਕ ਖਾਕਾ ਤਿਆਰ ਕਰਨ, ਜਿਹੜੇ ਵਾਅਦੇ ਪੂਰੇ ਨਹੀਂ ਹੋਏ ਉਹ ਕਿਉਂ ਨਹੀਂ ਹੋਏ ਉਹਦਾ ਇੱਕ ਖਾਕਾ ਤਿਆਰ ਕਰਨ, ਔਰ ਕਦੋਂ ਤੱਕ ਉਹ ਵਾਅਦੇ ਪੂਰੇ ਹੋ ਸਕਦੇ ਆ ਇਹਦੇ ਵਾਸਤੇ ਵੀ ਇੱਕ ਐਕਸਪਲੇਨੇਸ਼ਨ ਬਣਾਉਣ, ਯਾਨੀ ਕਾਗਜ਼ੀ ਤਿਆਰੀਆਂ ਉਸ ਪੂਰੇ ਮੈਨੀਫੈਸਟੋ ਦੇ ਉੱਤੇ ਕਰਨ ਵਾਸਤੇ ਇੱਕ ਕਮੇਟੀ ਦੀ ਤੇ ਜ਼ਰੂਰ ਬਣਾਤੀ ਹੈ। ਪਰ ਲੋਕ ਤੇ ਉਹਨਾਂ ਮੁੱਦਿਆਂ ਤੇ ਪੁੱਛਣਗੇ ਕਿ ਕੈਪਟਨ ਸਾਹਿਬ ਜਿਹੜੇ ਬਿਜਲੀ ਦੇ PPA ਐਗਰੀਮੈਂਟ ਜਿਨ੍ਹਾਂ ਨੂੰ ਤੁਸੀਂ 5 ਸਾਲ ਫਾਲਟੀ ਕਹਿੰਦੇ ਰਹੇ, 4.5 ਸਾਲ ਬਾਅਦ ਤੁਸੀਂ ਐਕਸ਼ਨ ਵਿੱਚ ਮੋੜੀ ਚਾਹੇ, ਉਹ ਵੀ ਇਹ ਕਹਿੰਦੇ ਹੋਏ ਵੀ ਇਹ ਪੋਸੀਬਲ ਹੀ ਨਹੀਂ ਹੈਗਾ ਕਿ ਆਪਾਂ ਇਹਨਾਂ ਐਗਰੀਮੈਂਟਾਂ ਨੂੰ ਰੱਦ ਕਰ ਦਿੱਤਾ। ਬੇਅਦਬੀਆਂ ਦੇ ਮੁੱਦੇ ਤੇ ਸਿੱਟ ਬੰਦੀ ਰਹੀ, ਪਰ ਉਹਨਾਂ ਸਿੱਟਾਂ ਦੇ ਵਿੱਚੋਂ ਜਿਹੜੀ ਮੁੱਖ ਸਿੱਟ ਸੀਗੀ ਉਹਦੀ ਰਿਪੋਰਟ ਹਾਈਕਮਾਨ ਨੇ ਹਾਈਕੋਰਟ ਨੇ ਉਹ ਵਗਾ ਕੇ ਮਾਰੀ, ਉਹ ਵੀ ਗੱਲ ਖਤਮ ਹੋ ਗਈ। ਸੈਣੀ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਤੁਸੀਂ ਗੱਲ ਕਰਦੇ ਹੋ, ਉਹਨਾਂ ਨੂੰ ਕੋਰਟਾਂ ਤੋਂ ਇੱਦਾਂ ਦੀ ਬੇਲ ਮਿਲ ਜਾਂਦੀ ਹੈ ਜੋ ਅੱਜ ਤੱਕ ਕਿਸੇ ਅਫਸਰ ਕਿਸੇ ਲੀਡਰ ਨੂੰ ਕਿਸੇ ਵੀ ਅਦਾਲਤ ਤੋਂ ਨਹੀਂ ਮਿਲੀ। ਹੁਣ ਤੁਸੀਂ ਖੜੇ ਕਿੱਥੇ ਹੋ? ਡਰੱਗ ਦੇ ਮੁੱਦੇ ਤੇ ਬੰਦ ਲਿਫਾਫਿਆਂ ਦੀ ਗੱਲ ਸਿੱਧੂ ਉਹਨਾਂ ਕਰਕੇ ਫਿਰ ਅੰਦਰ ਜ਼ਰੂਰ ਹੋ ਜਾਂਦੇ ਆ, ਇੱਕ ਵਾਰ ਤੇ ਬੜਕਾ ਮਾਰਦੇ ਆ। ਉਹ ਜਿਹੜੇ 15 ਅਗਸਤ ਨੂੰ ਉਹਨਾਂ ਨੇ ਕਾਂਗਰਸ ਭਵਨ ਦੇ ਵਿੱਚ ਜਿਹੜੀ ਬੜਕਾ ਮਾਰੀ ਸੀਗੀ ਉਹ ਲੋਕਾਂ ਨੇ ਬਹੁਤੀ ਪਸੰਦ ਨਹੀਂ ਕੀਤੀ, ਕਾਰਨ ਕਿ ਕੋਈ ਵੀ ਸੀਰੀਅਸ ਆਗੂ ਜਦ ਕੋਈ ਬੜਕਾ ਮਾਰਦਾ ਹੈ ਤੇ ਉਸ ਬੜਕਾਂ ਦੇ ਵਿੱਚ ਸੀਰੀਅਸਨੈਸ ਨਜ਼ਰ ਆਣੀ ਬਹੁਤ ਜ਼ਰੂਰੀ ਹੈ। ਨਹੀਂ ਨਾਲੇ ਹੋਰ ਗੱਲ ਆ ਭਾਸਕਰ ਸਾਹਿਬ ਕਿ ਜਦੋਂ ਤੁਸੀਂ ਪਾਵਰ ਚੋਂ ਫਿਰ ਬੜਕ ਮਾਰਨ ਦੀ ਕੀ ਲੋੜ ਆ, ਕਰਕੇ ਵਿਖਾਓ।
ਭਾਵੇਂ ਤੁਸੀਂ ਆਪਣੇ ਮੁੱਖ ਮੰਤਰੀ ਦੀ ਬਾਂਹ ਮਰੋੜੋ ਤੇ ਭਾਵੇਂ ਗੋਡੀਆਂ ਹੱਥ ਲਾਓ, ਤੁਸੀਂ ਉਸ ਸੱਤਾਧਾਰੀ ਧਿਰ ਦੇ ਸਭ ਤੋਂ ਵੱਡੇ ਬੰਦੇ ਹੋ, ਕਿਉਂਕਿ ਕਹਿੰਦੇ ਆ ਕਿ ਸੰਗਠਨ ਸਭ ਤੋਂ ਉੱਤੇ ਹੈ, ਤੇ ਜੇ ਸੰਗਠਨ ਦਾ ਕਰਤਾ ਧਰਤਾ ਹੀ ਜਿਹੜਾ ਉਹ ਤਰਲਿਆਂ ਤੇ ਹੋਵੇ ਤਾਂ ਗੱਲ ਕੀ ਬਣਨੀ। ਮੈਂ ਲੇਕਿਨ ਆਪਾਂ ਇਹਨੂੰ ਛੱਡਦੇ ਹਾਂ। ਹੁਣ ਮੈਨੂੰ ਲੱਗਦਾ ਪੰਜਾਬ ਦੀ ਸਿਆਸਤ ਦੇ ਇਹ ਗੇੜੇ ਚੱਲਦੇ ਹੀ ਰਹਿਣੇ ਆ, ਤੇ ਰਜਿੰਦਰ ਸਿੰਘ ਫਾਈਨ ਟੱਚ ਵਾਲਿਆਂ ਨੂੰ ਨਹੀਂ ਪਤਾ ਹੋਣਾ ਵੀ ਮੇਰੇ ਇਹ ਗੇੜਿਆਂ ਦੇ ਉੱਤੇ ਵੀ ਗੱਲ ਅਸੀਂ ਕਰਾਂਗੇ। ਖੈਰ, ਮੈਂ ਜੇ ਹੁਣ ਥੋੜਾ ਜਿਹਾ ਅੱਗੇ ਜਾਊਂਗਾ, ਦੇਖੋ ਗੱਲ ਏਦਾਂ ਹੁੰਦੀ ਹੈ ਕਿ ਜੇਕਰ ਕੋਈ ਬਿਲਕੁਲ ਅਤੀਤ ਦੀਆਂ ਯਾਦਾਂ ਫਰੋਲਦਾ, ਵਿਆਹਾਂ ਸ਼ਾਦੀਆਂ ਦੇ ਪ੍ਰੋਗਰਾਮਾਂ 'ਚ ਸਿਆਸਤਾਂ ਦੀਆਂ ਗੱਲਾਂ ਕਰਕੇ ਸਵਾਦ ਲੈਂਦਾ ਬੰਦਾ, ਇਹੋ ਜਿਹੇ ਸਿਆਸੀ ਮਾਹੌਲ ਦੇ ਵਿੱਚ ਲੀਡਰ ਬਣ ਜਾਂਦਾ ਹੈ, ਮੰਨ ਲਓ ਕਿ ਉਹ ਵੁਕਤ ਪੈਣੀ ਸ਼ੁਰੂ ਹੋ ਜਾਂਦੀ ਆ, ਭਾਜਪਾ ਨੂੰ ਸਿੱਖ ਚਿਹਰੇ ਚਾਹੀਦੇ ਆ, ਸਿੱਖ ਸਕਾਲਰਾਂ ਦੇ ਨਾਂ ਥੱਲੇ ਜਾਂ ਕੁਛ ਵੀ। ਲੇਕਿਨ ਉਹ ਵਿਅਕਤੀ ਵਿਸ਼ੇਸ਼ ਆਪਣੀਆਂ ਖਾਹਿਸ਼ੀ ਜਿਹੜੀਆਂ ਅੰਤਰੀਵੀ ਭਾਵਨਾਵਾਂ ਨੇ, ਉਹਦੇ ਜਿਹੜੇ ਆਪਣੇ ਪੁਰਾਣੇ ਦੱਬੇ ਹੋਏ ਅਰਮਾਨ ਆ, ਜੇ ਉਹਨੂੰ ਜਗਾਉਂਦਾ ਹੈ ਤੇ ਅਸੀਂ ਉਹਨੂੰ ਪੂਰੀ ਨਾਲ ਹਵਾ ਦਿੰਨੇ, ਪੱਖਾ ਚੱਲਣ ਲੱਗ ਪੈਂਦੇ ਆ। ਰਾਜੇਵਾਲਾ ਸਾਹਿਬ ਵਰਗੇ ਵੱਡੇ ਕੱਦ ਵਾਲੇ ਕਿਸਾਨ ਆਗੂ ਵੀ ਉਹਦੇ ਤੇ ਕਹਿੰਦੇ ਕਿ 10 ਪਤਾ ਦਿਆਂਗੇ। ਉਹ ਵਿਅਕਤੀ ਦੀ ਵੀਡੀਓ ਵਾਇਰਲ ਹੁੰਦੀ ਆ, ਹਰਿੰਦਰ ਸਿੰਘ ਕਾਹਲੋਂ ਸਿਆਸਤ ਦੇ ਵਿੱਚ, ਸਮਕਾਲੀ ਸਿਆਸਤ ਦੇ ਵਿੱਚ ਕੋਈ ਨਾਂ ਨਹੀਂ ਸੀ। ਐਵੇਂ ਜਸਟ ਪੁਰਾਣੀਆਂ ਗੱਲਾਂ ਕਰਨ ਵਾਲੇ ਵਿਅਕਤੀਆਂ ਨੂੰ ਜਦੋਂ ਮੰਚ ਮਿਲਦੇ ਆ ਤੇ ਫਿਰ ਉਹ ਆਪਣੀਆਂ ਖਾਹਿਸ਼ਾਂ ਨੂੰ ਦੱਬੀਆਂ ਨਹੀਂ ਰਹਿਣ ਦਿੰਦੇ। ਜੋ ਗੱਲਬਾਤ ਕੀਤੀ ਆ ਉਹ ਕੋਈ ਬਹੁਤ ਸਿਆਣਪ ਵਾਲੀ ਨਹੀਂ ਸੀ ਪੰਜਾਬ ਦੇ ਮੌਜੂਦਾ ਮਾਹੌਲ 'ਚ, ਕਿਉਂਕਿ ਮਾਹੌਲ ਤਾਂ ਤਲਖ ਹੋਇਆ ਤੇ ਤੁਸੀਂ ਤਲਖ ਮਾਹੌਲ ਨੂੰ ਹੋਰ ਤਲਖ ਕਰ ਰਹੇ ਹੋ ਵੀ ਜੇ ਮੈਂ ਪ੍ਰਧਾਨ ਮੰਤਰੀ ਹੁੰਦਾ ਜਾਂ ਮੈਂ ਉੱਥੇ ਹੁੰਦਾ ਮੈਂ ਆਹ ਕਰ ਦਿੰਦਾ। ਤਾਈਓ ਤਾਂ ਸ਼ਾਇਦ ਜ਼ਿੰਮੇਵਾਰੀ ਵਾਲੀਆਂ ਜਗ੍ਹਾ ਤੇ ਬੈਠੇ ਬੰਦੇ ਵੱਡੇ ਹੋ ਜਾਂਦੇ ਆ। ਖੈਰ, ਮੈਂ ਇਹ ਸਮਝਦਾ ਕਿ ਜੋ ਹਰਿੰਦਰ ਸਿੰਘ ਕਾਹਲੋਂ ਦੀ ਮਨਸ਼ਾ ਸੀ, ਕੱਲ ਨੂੰ ਵੱਡੀ ਗੱਲ ਨਹੀਂ ਕਿ ਰਾਜੇਵਾਲ ਸਾਹਿਬ ਦੇ ਬਿਆਨ ਤੋਂ ਬਾਅਦ ਵਾਏ ਸਿਕਿਉਰਿਟੀ ਮਿਲ ਜਾਏ, ਚਲੋ ਜ਼ੈਡ ਤਾਂ ਨਹੀਂ ਅਸੀਂ ਗੱਲ ਕਰਦੇ, ਤੇ ਉਸ ਬੰਦੇ ਨੂੰ ਤੁਸੀਂ ਪੂਰਾ ਲੀਡਰ ਬਣਾਤਾ। ਸਾਡੇ ਆਪਣੇ ਲੋਕ ਹਉਪਰੇ ਕਰਨਾ ਨਹੀਂ ਜਾਣਦੇ। ਛੱਡਿਆ ਕਰੋ ਯਾਰ, ਜਿਹੜਾ ਬੰਦਾ ਤੁਸੀਂ ਉਹਨੂੰ ਇਹ ਸਮਝ ਕੇ ਵੀ ਛੱਡ ਸਕਦੇ ਸੀ ਕਿ ਕੀ ਆ ਜੀ, ਇਹਦੇ ਨਾਲ ਕੀ ਫਰਕ ਪੈਂਦਾ ਬੋਲਣ ਤੋਂ ਜਿਹੜਾ ਬੋਲਦਾ, ਲੇਕਿਨ ਅਸੀਂ ਪੂਰਾ ਮਸਾਲਾ ਬਣਾਤਾ, ਅਸੀਂ ਵੀ ਉਹਦੇ 'ਚ ਸ਼ਾਮਲ ਆ। ਹੁਣ ਜਦੋਂ ਮੈਂ ਗੱਲ ਕਰਕੇ ਵੀ ਹਰਿੰਦਰ ਸਿੰਘ ਕਾਹਲੋਂ ਨੂੰ 10 ਵਾਰੀ ਨਾਂ ਲੈ ਕੇ ਵੱਡਾ ਕਰ ਰਿਹਾ, ਕੀ ਕਹਿੰਦੇ ਹੋ? ਬਿਲਕੁਲ ਠੀਕ ਕਹਿ ਰਹੇ ਹੋ। ਰਾਜਨੀਤਿਕ ਤੌਰ ਤੋਂ ਵੱਡੇ ਹੋਣ ਦੇ ਕਈ ਤਰੀਕੇ ਹੁੰਦੇ ਆ। ਇੱਕ ਤੇ ਉਹ ਤੁਸੀਂ ਲੋਕਾਂ ਵਾਸਤੇ ਕੰਮ ਕਰੋ, ਲੋਕਾਂ ਦੇ ਵਿੱਚ ਵਿਚਰੋ ਤੇ ਲੋਕਾਂ ਦੇ ਲੀਡਰ ਵਜੋਂ ਲੋਕ ਤੁਹਾਨੂੰ ਪ੍ਰੋਜੈਕਟ ਕਰਨ। ਦੂਜੇ ਪਾਸੇ ਇਹ ਹਰਿੰਦਰ ਸਿੰਘ ਕਾਹਲੋਂ ਵਰਗੇ ਲੀਡਰ ਵੀ ਹੁੰਦੇ ਨੇ ਜਿਹੜੇ ਬੰਦੇ ਕੰਟਰੋਵਰਸ਼ੀਅਲ ਬਿਆਨ ਦੇ ਕੇ, ਤੁਹਾਨੂੰ ਯਾਦ ਹੈ ਕੰਗਨਾ ਰਣੌਤ ਵੀ ਅਗਰ ਵਾਈ ਸਿਕਿਉਰਿਟੀ ਉਹਨਾਂ ਨੂੰ ਮਿਲੀ ਸੀਗੀ ਤੇ ਉਹਨਾਂ ਦੇ ਕੰਟਰੋਵਰਸ਼ੀਅਲ ਬਿਆਨ ਕਰਕੇ ਮਿਲੀ ਸੀ। ਉਹ ਟਵੀਟ ਜਿੱਥੇ ਕਦੀ ਕਿਸੇ ਨੂੰ ਦੇਸ਼ ਭਗਤ ਤੇ ਕਿਸੇ ਨੂੰ ਦੇਸ਼ ਵਿਰੋਧੀ ਕਹਿੰਦੀ ਸੀਗੀ, ਉਸ ਤੋਂ ਬਾਅਦ ਉਹਨੂੰ ਵਾਈ ਸਿਕਿਉਰਿਟੀ ਮਿਲ ਗਈ ਸੀ। ਇੱਦਾਂ ਦੇ ਕਈ ਲੀਡਰ ਨਹੀਂ, ਕਈ ਲੋਕੀ ਹੈਗੇ ਨੇ ਪੂਰੇ ਦੇਸ਼ ਦੇ ਵਿੱਚ ਜਿਨ੍ਹਾਂ ਨੇ ਕੁਛ ਇੱਦਾਂ ਦੀ ਗੱਲਾਂ ਕਰਕੇ ਵਾਈ ਸਿਕਿਉਰਿਟੀ ਕੇਂਦਰ ਤੋਂ ਲੈ ਲਈ ਸੀਗੀ। ਇਹ ਜਿਹੜੇ ਹਰਿੰਦਰ ਸਿੰਘ ਉਹਨਾਂ ਦਾ ਜਿਹੜਾ ਬਿਆਨ ਜਲੰਧਰ ਦੇ ਵਿੱਚ ਉਹਨਾਂ ਨੇ ਪਰਸੋਂ ਦਿੱਤਾ ਸੀਗਾ, ਉਸ ਬਿਆਨ ਦਾ ਕੋਈ ਮਤਲਬ ਨਹੀਂ ਸੀ। ਕਈ ਵਾਰ ਮੀਡੀਆ ਵੀ ਇੱਦਾਂ ਦੇ ਬਿਆਨ ਨੂੰ ਫੜਦਾ। ਉਹ ਆਪਣੇ ਇੱਕ ਬੀਜੇਪੀ ਦੇ ਆਫਿਸ ਦੇ ਵਿੱਚ, ਜਿਹਦੇ ਵਿੱਚ ਕਿਸਾਨਾਂ ਦਾ ਘਰਾਵ ਵੀ ਉਸ ਟਾਈਮ ਚੱਲ ਰਿਹਾ ਸੀਗਾ, ਉਹ ਕਹਿੰਦੇ ਆ ਜੀ ਮੋਦੀ ਉਹਨਾਂ ਤੇ ਬੜੇ ਲੀਨੀਅੰਟ ਹੈਗੇ ਆ ਕਿਸਾਨਾਂ ਦੇ ਨਾਲ, ਜੇ ਮੈਂ ਕਿਤੇ ਮੈਨੂੰ ਮੌਕਾ ਹੁੰਦਾ ਤੇ ਮੈਂ ਤੇ ਡੰਡੇ ਮਾਰ ਕੇ ਭਜਾ ਦਿੰਦਾ। ਇਹ ਗੱਲ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਪਤਾ ਸੀ ਜਦ ਬਾਹਰ ਜਾਏਗੀ ਤੇ ਉਹਨਾਂ ਦਾ ਵਿਰੋਧ ਹੋਏਗਾ। ਇਹ ਗੱਲ ਖਾਲਸਾ ਕੱਲ ਉਹਨਾਂ ਦੀ ਇਹ ਗੱਲ ਤੋਂ ਇਹ ਨਹੀਂ ਲੱਗਦਾ ਕਿ ਵੀ ਉਹ ਬੜੇ ਮਾਸੂਮ ਜੇ ਹੈਗੇ ਨੇ, ਉਹਨਾਂ ਨੂੰ ਨਹੀਂ ਪਤਾ ਸੀਗਾ ਵੀ ਇਹ ਗੱਲ ਕਹਿਣ ਤੋਂ ਬਾਅਦ ਬਾਹਰ ਜਾ ਕੇ ਮੇਰਾ ਕੀ ਬਣੂਗਾ। ਜਿਹੜੀ ਤੁਸੀਂ ਗੱਲ ਕੀਤੀ ਹੈ ਵੱਡੇ ਹੋਣ ਵਾਸਤੇ, ਇਹਦਾ ਦੇ ਕੰਟਰੋਵਰਸ਼ੀਅਲ ਬਿਆਨ ਛੱਡ ਕੇ ਸਿਕਿਉਰਿਟੀ ਲੈ ਕੇ ਬੀਜੇਪੀ ਦੇ MLA ਵੀ ਉਸ ਮੀਟਿੰਗ ਵਿੱਚ ਮੌਜੂਦ ਸੀਗੇ, ਉਹ ਵੀ ਅੱਖਾਂ ਚੱਕ ਕੇ ਕੱਲ੍ਹ ਉਹਨੂੰ ਦੇਖਦੇ ਸੀ ਵੀ ਇਹ ਕਹਿ ਕੀ ਰਿਹਾ, ਕਿਉਂਕਿ ਉਹਨਾਂ ਦੀ ਆਪ ਦੀ ਹਿੰਮਤ ਤੇ ਇਹ ਗੱਲਾਂ ਕਹਿਣ ਦੀ ਕਦੀ ਵੀ ਨਹੀਂ ਹੋਈ। ਕਹਿਣਾ ਉਹ ਵੀ ਚਾਹੁੰਦੇ ਸੀਗੇ, ਪਰ ਉਹਨਾਂ ਨੂੰ ਇਹ ਚੰਗੀ ਤਰ੍ਹਾਂ ਪਤਾ ਸੀਗਾ ਜੇ ਕਿਤੇ ਇੱਦਾਂ ਦੀ ਗੱਲ ਆਪਾਂ ਮਾਈਕ ਤੇ ਕਹਿਤੀ ਤੇ ਸਾਡਾ ਹਾਲ ਕੀ ਹੋਣਾ। ਅੱਗੇ ਹੀ ਸਾਡੇ ਕਈ ਸਾਥੀ ਬੀਜੇਪੀ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਈ ਜਾਂਦੇ ਆ ਜਾਂ ਕਿਸੇ ਹੋਰ ਪੋਲੀਟੀਕਲ ਪਾਰਟੀਆਂ ਜਾ ਰਹੇ ਆ। ਜੇ ਕਿਤੇ ਅਸੀਂ ਵੀ ਇੱਦਾਂ ਦਾ ਬਿਆਨ ਦਿੱਤਾ ਤੇ ਸਾਡਾ ਘਰੋਂ ਨਿਕਲਣਾ ਮੁਸ਼ਕਿਲ ਹੋ ਜਾਏਗਾ। ਪਰ ਇਹ ਗੱਲ ਕਾਹਲੋਂ ਸਾਹਿਬ ਵਾਸਤੇ ਨਹੀਂ ਸੀ। ਉਹਨਾਂ ਨੂੰ ਤੇ ਇਸ ਬਿਆਨ ਤੋਂ ਬਾਅਦ ਆਨੰਦ ਮਾਣਨਾ ਸ਼ੁਰੂ ਕੀਤਾ ਉਹਨਾਂ ਨੇ, ਕਾਰਨ ਕਿ ਉਹ ਜਿਹੜੇ ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਸੀਗਾ, AISSF ਦੇ ਸਿੱਖ ਸਟੂਡੈਂਟ ਦੇ ਵਿੱਚ ਉਹਨਾਂ ਦਾ ਕੋਈ ਰੋਲ ਕਦੀ ਕੋਈ ਰਿਹਾ ਹੋਏਗਾ, ਪਰ ਹੁਣ AISSF ਹੀ ਬਹੁਤ ਜ਼ਿਆਦਾ ਐਕਟਿਵ ਨਹੀਂ ਹੈਗੀ। ਇੱਦਾਂ ਦੇ ਮਾਹੌਲ ਦੇ ਵਿੱਚ ਉਹ ਕਾਹਲੋਂ ਜਿਨ੍ਹਾਂ ਦਾ ਜ਼ਿਕਰ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਵੀ ਕਰ ਰਹੇ ਹਾਂ, TV ਦੇ ਵਿੱਚ ਅਖਬਾਰਾਂ ਦੇ ਵਿੱਚ ਉਹਨਾਂ ਦੇ ਬਿਆਨ ਦਾ ਜ਼ਿਕਰ ਵੀ ਹੈਗਾ। ਕਿਸਾਨ ਉਹਨਾਂ ਦਾ ਸੰਘਰਸ਼ ਜਾਂ ਉਹਨਾਂ ਦਾ ਵਿਰੋਧ ਕਰਾਂਗੇ, ਇਹ ਵੀ ਗੱਲ ਆਈ ਹੈ। ਰਾਤੋਂ ਰਾਤ ਉਹ ਵੀ ਮੋਦੀ ਵਰਗੇ ਮਸ਼ਹੂਰ ਹੋ ਗਏ, ਯਾਨੀ ਮੋਦੀ ਉਹਨਾਂ ਦਾ ਜਿਹੜਾ ਵਿਰੋਧ ਕਰਨ ਦੀ ਗੱਲ ਕਿਸਾਨ ਕਰਦੇ ਨੇ ਜਾਂ ਹੋਰ ਪੋਲੀਟੀਕਲ ਪਾਰਟੀਆਂ ਕਰਦੀਆਂ ਜਾਂ ਕਈ ਜੋ ਲੋਕ ਜਾਂ ਕਈ ਵਰਗ ਕਰਨਾ ਚਾਹੁੰਦੇ ਨੇ,
ਤੇ ਇਹ ਇੱਕ ਆਸਾਨ ਪਬਲਿਸਿਟੀ, ਆਸਾਨ ਕੰਟਰੋਵਰਸ਼ੀਅਲ ਸਟੇਟਮੈਂਟ ਦੇ ਰਾਹੀਂ ਵੱਡੇ ਹੋਣ ਦੀ ਚਾਹ ਉਹ ਕਾਲੂ ਸਾਹਿਬ ਦੇ ਵਿੱਚ ਨਜ਼ਰ ਜ਼ਰੂਰ ਆਈ। ਮੈਂ ਕਾਲੂ ਸਾਹਿਬ ਨੂੰ ਇੱਕ ਸਵਾਲ ਪੁੱਛਣਾ ਚਾਹੂੰਗਾ, ਉਹਨਾਂ ਜਵਾਬ ਤਾਂ ਦੇਣਾ ਨਹੀਂ, ਨਾ ਦੇਣਾ ਹੀ ਬਣਦਾ, ਮੁਸਕਰਾਉਣਗੇ ਜ਼ਰੂਰ, ਮੁਸਕਰਾਉਂਦੇ ਹੋ ਰਹਿੰਦੇ ਆ। ਇਹ ਬਹੁਤ ਅਹਿਮ ਸਵਾਲ ਆ ਕਿ ਅਗਰ ਇਹ ਖਿਆਲ ਕਿਤੇ ਭਾਰਤੀ ਜਨਤਾ ਪਾਰਟੀ ਜੁਆਇਨ ਕਰਨ ਤੋਂ ਪਹਿਲਾਂ ਆਉਂਦਾ, ਬਿਆਨ ਆਉਂਦਾ, ਕਹਿੰਦੇ ਤਾਂ ਫਿਰ ਮੰਨਦੇ। ਮੇਰਾ ਖਿਆਲ ਹੋ ਸਕਦਾ ਹੈ ਕਿ ਜਦੋਂ, ਕਿਉਂਕਿ ਜਿਹੜੀ ਵਿਰੋਧਤਾ ਉਹਨਾਂ ਦਿਨਾਂ 'ਚ ਜੁਆਇਨਿੰਗ ਹੈ ਜਦੋਂ ਬਹੁਤ ਜ਼ਿਆਦਾ ਵਿਰੋਧ ਕਰਦੇ ਸੀ ਕਿਸਾਨ ਬੀਜੇਪੀ ਦਾ, ਉਦੋਂ ਬੀਜੇਪੀ ਦੇ ਲੋਕ ਛੱਡ ਕੇ ਜਾ ਰਹੇ ਸੀ। ਜਦੋਂ ਹਰਿੰਦਰ ਸਿੰਘ ਕਾਲੋਂ ਬੀਜੇਪੀ 'ਚ ਸ਼ਾਮਲ ਹੁੰਦੇ ਆ, ਹਰੇਕ ਦਾ ਹੱਕ ਆ ਉਹ ਕਿਸੇ ਵੀ ਪਾਰਟੀ 'ਚ ਜਾਵੇ। ਹਰਿੰਦਰ ਸਿੰਘ ਕਾਲੋਂ ਨੂੰ ਪਤਾ ਸੀ ਕਿ ਮੇਰਾ ਵਿਰੋਧ ਹੋਣਾ, ਉਹ ਵਿਰੋਧ ਦੀ ਰਾਜਨੀਤੀ 'ਚੋਂ ਹੀ ਨਿਕਲ ਰਹੇ। ਔਰ ਇਹ ਠੀਕ ਗੱਲ ਆ, ਹੋ ਸਕਦਾ ਕਿ ਕੱਲ ਨੂੰ ਇਹ ਬਹੁਤ ਜਲਦੀ ਸਮਝੌਤੇ ਹੋਣ ਕਿਸਾਨਾਂ ਨਾਲ, ਸਰਕਾਰ ਦੇ ਹੋਣ, ਫਿਰ ਇਹ ਮਾਹੌਲ ਸਾਜ਼ਗਰ ਤੇ ਵਧੀਆ ਹੋ ਕੇ ਸਭ ਠੀਕ ਚੱਲਣਾ। ਲੇਕਿਨ ਤੁਸੀਂ ਦੇਖੋ ਕਿ ਇੱਕ ਵਿਅਕਤੀ ਇੱਕ ਪਾਰਟੀ ਦੇ ਵਿੱਚ ਕਿੰਨਾ ਅਹਿਮ ਹੋ ਜਾਂਦਾ, ਲੋਕਾਂ 'ਚ ਉਹਦੀ ਕਿੰਨੀ ਪਛਾਣ ਚਲੇ ਜਾਂਦੀ ਹੈ। ਲੇਕਿਨ ਇਹ ਨੈਗੇਟਿਵ ਪਬਲਿਸਿਟੀ ਦੇ ਜਿਹੜੇ ਤੌਰ ਤਰੀਕੇ ਆ, ਮੇਰੇ ਖਿਆਲ ਜੇ ਇਹ ਸਟੇਟ ਨੂੰ, ਸਮਾਜ ਨੂੰ, ਮਾਸ਼ਰੇ ਨੂੰ ਤਲਖ ਕਰਦੇ ਆ ਤੇ ਉਹ ਤੋਂ ਬਚਣਾ ਚਾਹੀਦਾ। ਸਿਆਣੇ ਬੰਦੇ ਤੋਂ ਇਹੋ ਜਿਹੀ ਉਮੀਦ ਨਹੀਂ ਹੁੰਦੀ, ਸ਼ਰਾਰਤੀ ਬੰਦੇ ਤੋਂ ਇਹੋ ਜਿਹੀ ਉਮੀਦ ਹੋ ਸਕਦੀ ਆ। ਖੈਰ ਅਸੀਂ ਕਾਲੋਂ ਸਾਹਿਬ ਨੂੰ ਸ਼ਰਾਰਤੀ ਨਹੀਂ ਕਹਿੰਦੇ, ਉਹਨਾਂ ਹੋ ਸਕਦਾ ਕਿ ਅਣਜਾਣੇ 'ਚ ਕਿਹਾ ਹੋਵੇ। ਖੈਰ ਉਹਨਾਂ ਦੇ ਮਨ ਦੀ ਵੇਦਨਾ ਤੋਂ ਅਸੀਂ ਲੈਣਾ ਵੀ ਕੀ ਹੈ। ਅਸੀਂ ਅੱਗੇ ਤੁਰੀਏ ਤੇ ਗਡਕਰੀ ਸਾਹਿਬ ਦੇ ਮਨ ਦੀ ਵੇਦਨਾ ਤੇ ਚੱਲੀਏ। ਇਹ ਗਡਕਰੀ ਸਾਹਿਬ ਦਾ ਦੁੱਖ ਸੀ, ਚੁਟਕੀ ਸੀ, ਵਿਅੰਗ ਸੀ, ਜਦੋਂ ਉਹ ਕਹਿੰਦੇ ਆ ਇੱਥੇ ਤਾਂ ਕੋਈ ਵੀ ਖੁਸ਼ ਨਹੀਂ। ਕੀ ਕਹਿੰਦੇ? ਬਿਲਕੁਲ ਠੀਕ ਕਹਿ ਰਹੇ ਤੁਸੀਂ, ਇੱਥੇ ਤਾਂ ਕੋਈ ਵੀ ਖੁਸ਼ ਨਹੀਂ। ਭਾਵੇਂ ਉਹਨਾਂ ਨੇ ਪਰਿਵਾਰਾਂ ਦੀ ਵੀ ਗੱਲ ਕੀਤੀ ਹੋਏ ਜਾਂ ਆਮ ਲੋਕਾਂ ਦੀ ਵੀ ਗੱਲ ਕੀਤੀ ਹੋਏ, ਪਰ ਮੁੱਖ ਰੂਪ ਨਾਲ ਉਹਨਾਂ ਨੇ ਵਿਧਾਇਕਾਂ ਦੀ ਜਾਂ ਸਰਕਾਰ ਦੇ ਸਿਸਟਮ ਦੀ ਗੱਲ ਕੀਤੀ। ਉਹ ਕਹਿੰਦੇ ਵੀ ਸਾਡੀ ਪਾਰਟੀ ਦੇ ਵਿੱਚ ਵੀ ਜਾਂ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਵਿੱਚ ਜਿਹੜੀ ਸਰਕਾਰ ਹੈਗੀ ਹੈ ਉਹਦੇ ਵਿੱਚ ਨਾ ਵਿਧਾਇਕ ਖੁਸ਼ ਹੈ, ਵਿਧਾਇਕ ਇਸ ਕਰਕੇ ਖੁਸ਼ ਨਹੀਂ ਉਹ ਮੰਤਰੀ ਨਹੀਂ ਬਣ ਪਾਇਆ, ਮੰਤਰੀ ਇਸ ਕਰਕੇ ਖੁਸ਼ ਨਹੀਂ ਉਹਨੂੰ ਵਿਭਾਗ ਚੰਗਾ ਨਹੀਂ ਮਿਲਿਆ, ਜਿਹਨਾਂ ਮੰਤਰੀਆਂ ਨੂੰ ਵਿਭਾਗ ਚੰਗਾ ਮਿਲਿਆ ਉਹ ਇਸ ਕਰਕੇ ਖੁਸ਼ ਨਹੀਂ ਉਹ ਮੁੱਖ ਮੰਤਰੀ ਨਹੀਂ ਬਣੇ, ਤੇ ਮੁੱਖ ਮੰਤਰੀ ਇਸ ਕਰਕੇ ਖੁਸ਼ ਨਹੀਂ ਕਿ ਕਦੀ ਵੀ ਲਾਇਆ ਜਾ ਸਕਦਾ। ਉਹ ਉਸ ਗੱਲ ਦਾ ਜ਼ਿਕਰ ਕਰਨਾ ਚਾਹੁੰਦੇ ਸੀ ਜਿੱਦਾਂ ਗੁਜਰਾਤ ਦੇ ਵਿੱਚ ਵਿਜੇ ਰੂਪਾਨੀ ਹੋਣਾ 1 ਘੰਟੇ ਉਹ ਮੋਦੀ ਸਾਹਿਬ ਦੇ ਨਾਲ ਇੱਕ ਵਰਚੁਅਲ ਉਦਘਾਟਨ ਕਰਦੇ ਨੇ, 1 ਘੰਟੇ ਬਾਅਦ ਅਚਾਨਕ ਹੀ ਉਹ ਰਾਜਪਾਲ ਦੇ ਕੋਲ ਆਪਣਾ ਅਸਤੀਫਾ ਦੇ ਦਿੰਦੇ। ਇਹ ਪਹਿਲੀ ਵਾਰ ਨਹੀਂ ਹੋਇਆ, ਉਸ ਤੋਂ ਬਾਅਦ 2 ਵਾਰ ਉੱਤਰਾਖੰਡ ਵੀ ਹੋਇਆ ਔਰ 1 ਵਾਰ ਯੇਦੂਰੱਪਾ ਉਹਨਾਂ ਕਰਨਾਟਕਾ ਉਹਨਾਂ ਦੇ ਨਾਲ ਵੀ ਹੋਇਆ। ਔਰ ਕੋਈ ਇਹ ਮੰਨਦਾ ਨਹੀਂ ਸੀ, ਜਿੱਦਾਂ ਪੰਜਾਬ ਦੇ ਵਿੱਚ ਪਿਛਲੇ 4-5 ਮਹੀਨਿਆਂ ਤੋਂ ਇੱਕੋ ਹੀ ਚਰਚਾ ਹੈਗੀ ਹੈ ਕਿ ਕੈਪਟਨ ਸਾਹਿਬ ਰਹਿਣਗੇ ਜਾਂ ਉਹਨਾਂ ਨੂੰ ਹਾਈਕਮਾਨ ਲਾ ਦੇਗੀ। ਕਾਂਗਰਸ ਹਾਈਕਮਾਨ ਦੇ ਵਿੱਚ ਤੇ ਇੰਨੀ ਹਿੰਮਤ ਨਹੀਂ ਸੀ, ਪਰ ਭਾਜਪਾ ਤੇ ਮੁੱਖ ਮੰਤਰੀ ਨੂੰ ਮੂੰਹ ਖੋਲਣ ਦਾ ਵੀ ਮੌਕਾ ਨਹੀਂ ਦਿੰਦੀ ਕਿ ਵੀ ਜਾਓ ਤੇ ਅਸਤੀਫਾ ਦੇ ਕੇ ਵਾਪਸ ਆਓ, ਰਿਪੋਰਟ ਕਰੋ। ਔਰ ਅਸਤੀਫਾ ਦੇਣ ਤੋਂ ਬਾਅਦ ਨਵੇਂ ਮੁੱਖ ਮੰਤਰੀ ਦਾ ਕੋਈ ਐਲਾਨ ਤੱਕ ਨਹੀਂ ਹੁੰਦਾ ਗੁਜਰਾਤ ਤੱਕ। ਔਰ ਜਿਹਨੂੰ ਮੁੱਖ ਮੰਤਰੀ ਨਵਾਜ਼ਿਆ ਜਾਂਦਾ ਹੈ ਉਹ ਖੁਦ ਆਪਣੇ ਘਰੇ ਇਹ ਕਹਿ ਕੇ ਜਾਂਦਾ ਹੈ ਕਿ ਮੈਂ ਤੇ ਜਾ ਰਿਹਾ ਮੀਟਿੰਗ ਦੇ ਵਿੱਚ ਨਵੇਂ ਮੁੱਖ ਮੰਤਰੀ ਨੂੰ ਚੁਣਨ, ਔਰ ਘਰ ਉਹ ਜਦ ਹਾਰ ਕਰਕੇ ਆਉਂਦਾ ਹੈ ਕਿ ਵੀ ਤੇ ਉਹਨਾਂ ਤੇ ਮੈਨੂੰ ਹੀ ਮੁੱਖ ਮੰਤਰੀ ਬਣਾਤਾ। ਯਾਨੀ ਭਾਜਪਾ ਦੇ ਵਿੱਚ ਇਹ ਚੀਜ਼ਾਂ, ਇਹ ਗੱਲਾਂ ਬੜੀ ਅਨੋਖੀ ਹੈਗੀ ਹੈ। ਤਾਂ ਹੀ ਪਾਰਟੀ ਨੂੰ ਕਿਹਾ ਜਾਂਦਾ ਇਹ ਪਾਰਟੀ ਵਿਦ ਡਿਫਰੈਂਸ। ਇਹ ਦੂਜੀ ਪੋਲੀਟੀਕਲ ਪਾਰਟੀਆਂ ਦੇ ਵਿੱਚ ਮੈਂ ਆਪਣੀ ਜਿਹੜੇ ਕੈਰੀਅਰ ਦੇ ਵਿੱਚ ਕਦੀ ਵੀ ਨਹੀਂ ਦੇਖਿਆ ਕਿ ਐਦਾਂ ਮੁੱਖ ਮੰਤਰੀ ਦਾ ਚੈਨ ਹੁੰਦਾ ਹੋਏ ਔਰ ਐਦਾਂ ਮੁੱਖ ਮੰਤਰੀ ਨੂੰ ਲਾ ਦਿੱਤਾ ਜਾਏ ਔਰ ਐਦਾਂ ਮੁੱਖ ਮੰਤਰੀ ਨੂੰ ਦੂਜੇ ਨੂੰ ਜਿਹੜਾ ਸਥਾਪਿਤ ਕਰ ਦਿੱਤਾ ਜਾਏ। ਹੁਣ ਹਿਮਾਚਲ ਦੀ ਵੀ ਗੱਲ ਚੱਲਣੀ ਸ਼ੁਰੂ ਹੋ ਗਈ ਹੈ। ਹਿਮਾਚਲ ਦੇ ਮੁੱਖ ਮੰਤਰੀ ਵੀ ਕੱਲ 2 ਦਿਨ ਦਿੱਲੀ ਦੇ ਗੇੜੇ ਕੱਢ ਕੇ ਆਏ ਨੇ ਔਰ ਉੱਥੇ ਕਿਹਾ ਜਾਂਦਾ ਹੈ ਵੀ ਹਾਜ਼ਰੀ ਵੀ ਲਾ ਕੇ ਆਏ ਨੇ ਤੇ ਖਾਤਾ ਵੀ ਦਿਖਾ ਕੇ ਆਏ ਨੇ, ਕੀ ਕੀਤਾ ਤੇ ਕੀ ਕਰਨਾ ਹੈ ਤੇ ਕਿੱਥੇ ਫੇਲ ਹੋਏ ਆਪਾਂ ਤੇ ਕੀ ਗੱਲ ਹੈਗੀ ਹੈ। ਹਿਮਾਚਲ ਦੇ ਮੁੱਖ ਮੰਤਰੀ ਦਾ ਨੰਬਰ ਵੀ ਤਾਂ ਲੱਗਿਆ ਸੀਗਾ ਜਦ ਉਸ ਇਲੈਕਸ਼ਨ ਦੇ ਦੁੱਲੇ ਯਾਨੀ ਪ੍ਰੇਮ ਕੁਮਾਰ ਧੂਮਲ ਉਹਨਾਂ ਦੀ ਪਾਰਟੀ ਤੇ ਇਲੈਕਸ਼ਨ ਜਿੱਤ ਗਈ ਸੀ, ਉਹ ਆਪ ਹਾਰ ਗਏ ਸੀਗੇ। ਆਪ ਹਾਰਨ ਕਰਕੇ ਵੈਸੇ ਤੇ ਮਮਤਾ ਬਨਰਜੀ ਵੀ ਆਪ ਹਾਰ ਗਈ ਸੀ, ਉਹਨਾਂ ਦੀ ਪਾਰਟੀ ਜਿੱਤ ਗਈ ਸੀਗੀ, ਉੱਥੇ ਉਹਨਾਂ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਸੀ। ਇਹ ਜਿਹੜੇ ਜੈਰਾਮ ਠਾਕੁਰ ਉਹਨਾਂ ਦਾ ਨੰਬਰ ਹਿਮਾਚਲ ਦੇ ਮੁੱਖ ਮੰਤਰੀ ਦੇ ਤੌਰ ਤੇ ਤਾਂ ਹੀ ਲੱਗਿਆ ਸੀ ਜਦ ਧੂਮਲ ਉਹਨਾਂ ਨੂੰ ਕਿਨਾਰਾ ਕਰਕੇ ਉਹਨਾਂ ਦੇ ਹੀ ਖਾਸ ਬੰਦੇ ਜੈਰਾਮ ਠਾਕੁਰ ਹੋਣਾ ਹੁੰਦੇ ਸੀਗੇ, ਉਹਨਾਂ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ। ਪਰ ਹੁਣ ਨੰਬਰ ਲੱਗਦਾ ਜੈਰਾਮ ਠਾਕੁਰ ਉਹਨਾਂ ਦਾ ਅਗਲਾ ਹੈਗਾ, ਕਿਉਂਕਿ ਇੱਥੇ ਵੀ ਇਲੈਕਸ਼ਨ ਅਗਲੇ ਸਾਲ ਹੈਗੇ ਨੇ ਔਰ ਉਸ ਤੋਂ ਪਹਿਲੇ ਸ਼ਾਇਦ ਜੈਰਾਮ ਠਾਕੁਰ ਉਹਨਾਂ ਦਾ ਵੀ ਘਰ ਵਾਪਸੀ ਹੋ ਸਕਦੀ ਹੈ। ਘਰ ਵਾਪਸੀ ਮਤਲਬ ਆਪਣੇ ਘਰ, ਜਿਹੜੇ CM ਆਫਿਸ ਤੋਂ ਆਪਣੇ ਘਰ ਜਾ ਸਕਦੇ ਨੇ। ਔਰ ਏਦਾਂ ਦੀ ਚਰਚਾਵਾਂ ਕਈ ਸੂਬਿਆਂ ਦੇ ਬਾਰੇ ਚੱਲਣੀ ਸ਼ੁਰੂ ਹੋ ਗਈ ਹੈ। ਔਰ ਗਡਕਰੀ ਉਹਨਾਂ ਦਾ ਇਹ ਬਿਆਨ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਭਾਜਪਾ ਦਾ ਕੋਈ ਵੀ ਮੁੱਖ ਮੰਤਰੀ ਉਹ ਪੱਕੀ ਨੌਕਰੀ ਵਾਸਤੇ ਨਹੀਂ ਬੈਠਾ ਉੱਥੇ, ਉਹਨੂੰ ਵੀ ਪਤਾ ਨਹੀਂ ਨੌਕਰੀ ਕਦੋਂ ਚਲੀ ਜਾਏਗੀ। ਪਰ ਇਹ ਗੱਲਾਂ ਜਦ ਭਾਜਪਾ ਨੇ ਅਪਣਾਈ ਹੈ, ਖਾਸ ਕਰਕੇ ਅਮਿਤ ਸ਼ਾਹ ਜਿਨ੍ਹਾਂ ਨੂੰ ਭਾਜਪਾ ਦੀ
ਰਾਜਨੀਤੀ ਦਾ ਚਣਕਿਆ ਕਿਹਾ ਜਾਂਦਾ ਹੈ। ਉਹਨਾਂ ਨੇ ਜਦ ਦਿੱਲੀ ਦੇ ਵਿੱਚ ਅਜਮਾਈ ਸੀ, ਦਿੱਲੀ ਦੇ ਵਿੱਚ ਤੁਸੀਂ ਦੇਖੋ ਕਿ ਐਮਐਲਏਆਂ ਦੀ ਟਿਕਟ ਉਹਨਾਂ ਨੇ 70% ਐਮਐਲਏਆਂ ਦੀ ਟਿਕਟ ਕੱਟਤੀ ਸੀ ਔਰ ਨਵੇਂ ਫੇਸਿਸ ਜੁਆਇਨ ਕਰਾਏ ਸੀਗੇ, ਪਰ ਤਾਂ ਵੀ ਆਮ ਆਦਮੀ ਪਾਰਟੀ ਨੂੰ ਰੋਕ ਨਹੀਂ ਪਾਏ ਸੀ। ਆਮ ਆਦਮੀ ਪਾਰਟੀ 62 ਸੀਟਾਂ ਫਿਰ ਵੀ ਜਿੱਤ ਗਈ ਸੀ। ਪਰ ਮੁੱਖ ਮੰਤਰੀ ਚੇਂਜ ਕਰਨ ਨਾਲ ਕੀ ਭਾਜਪਾ ਦੇ ਪ੍ਰੋਸਪੈਕਟਸ, ਭਾਜਪਾ ਦੇ ਆਉਣ ਵਾਲਾ ਫਿਊਚਰ ਵਧੀਆ ਹੋ ਸਕਦਾ ਹੈ? ਤੇ ਆਉਣ ਵਾਲੇ ਟਾਈਮ ਵਿੱਚ ਹੀ ਪਤਾ ਲੱਗੂਗਾ। ਦੁੱਖ ਤਾਂ ਬਥੇਰੇ ਪਰ ਦੱਸਣੇ ਨਹੀਂ ਯਾਰ ਨੂੰ, ਆਪੇ ਕਦੇ ਮਿਹਰ ਪੈ ਜੂ ਸੱਚੀ ਸਰਕਾਰ ਨੂੰ। ਕਦੇ ਹੰਸ ਦਾ ਗੀਤ ਸੀ, ਹੰਸ ਬਹੁਤ ਬਿਹਤਰ ਗਵਈਏ ਨੇ, ਤੇ ਪੋਲੀਟੀਸ਼ੀਅਨ ਉਹ ਕਿੱਦਾਂ ਦੇ ਸਾਬਤ ਹੁੰਦੇ ਆ ਇਹ ਤਾਂ ਦੇਖਣਾ ਹੋਊਗਾ। ਸਮੀਖਿਆ ਤੋਂ ਬਾਅਦ ਪਤਾ ਲਾਉਂਦੇ ਹੁੰਦੇ ਆ ਸਿਆਸੀ ਪੰਡਤ, ਲੇਕਿਨ ਹੰਸ ਨੇ ਗਾਇਆ ਬੜਾ ਸ਼ਾਨਦਾਰ। ਅਸੀਂ ਜਦੋਂ ਇਹੋ ਜਿਹੀਆਂ ਵੱਡੀਆਂ ਹਸਤੀਆਂ ਨੂੰ ਯਾਦ ਕਰਦੇ ਹਾਂ, ਅਸੀਂ ਉਹਨਾਂ ਦੇ ਨਾਲ ਜੁੜੇ ਵਿਵਾਦਾਂ ਨੂੰ ਯਾਦ ਨਹੀਂ ਕਰਦੇ, ਉਹਨਾਂ ਦੀ ਕਿਸੇ ਖਾਸ ਖਿੱਤੇ ਕੰਟਰੀਬਿਊਸ਼ਨ ਨੂੰ ਯਾਦ ਕਰਦੇ ਹਾਂ। ਖੈਰ, ਮੈਂ ਇਹ ਤਾਂ ਕਿਹਾ ਸੀ ਕਿ ਗਡਕਰੀ ਸਾਹਿਬ ਨੂੰ ਉਹ ਦਿਨ ਯਾਦ ਹੋਣੇ ਜਦੋਂ ਉਹਨਾਂ ਨੂੰ ਆਪਣਾ ਪ੍ਰਧਾਨਗੀ ਅਹੁਦਾ ਛੱਡਣਾ ਪਿਆ ਸੀ, ਬੀਜੇਪੀ ਦੀ ਪ੍ਰਧਾਨਗੀ ਛੱਡਣੀ ਪੈ ਗਈ ਸੀ। ਗਡਕਰੀ ਸਾਹਿਬ ਉਸ ਤਰ੍ਹਾਂ ਦੇ ਦੁੱਖ ਨੂੰ ਰਾਜਸਥਾਨ ਦੇ ਸੰਦਰਭ 'ਚ ਕਹਿ ਰਿਹਾ ਇੱਕ ਸੈਮੀਨਾਰ 'ਚ, ਲੇਕਿਨ ਗੱਲ ਘਰ ਨੂੰ ਤੁਰਦੀ ਹੈ ਨਾ। ਫਿਰ ਮੈਂ ਅੱਗੇ ਤੁਰਾਂ ਕਿ ਮਨੁੱਖੀ ਅਧਿਕਾਰ ਕਮਿਸ਼ਨ ਨੋਟਿਸ ਜਾਰੀ ਕਰਦਾ ਹੈ 4 ਸਟੇਟਾਂ ਨੂੰ, ਪੁਲਿਸ ਮੁਖੀਆਂ ਨੂੰ, ਰਸਤੇ ਖਾਲੀ ਕਰਾਉਣ ਲਈ। ਬਹੁਤ ਸਾਰੀਆਂ ਜਿਹੜੀਆਂ ਸਨਅਤੀ ਯੂਨਿਟਾਂ ਦੇ ਬੰਦ ਹੋਣ, ਕਿਸਾਨੀ ਅੰਦੋਲਨ ਕਰਕੇ। ਗੱਲ ਕਿੱਧਰ ਨੂੰ ਤੁਰੀ ਆ, ਗੱਲ ਕਿੱਥੇ ਤੱਕ ਪਹੁੰਚੂਗੀ? ਤੁਹਾਨੂੰ ਲੱਗਦਾ ਹੈ ਕਿ ਇਹ ਹੁਣ ਫਿਰ ਇੱਕ ਵਾਰੀ ਮਸਲਾ ਸੁਪਰੀਮ ਕੋਰਟ 'ਚ ਹੀ ਜਾਊਗਾ, ਜਿੱਥੇ ਸਾਰੀਆਂ ਧਿਰਾਂ ਤਲਬ ਵੀ ਕੀਤੀਆਂ ਜਾ ਸਕਦੀਆਂ? ਕੋਈ ਸਾਂਝਾ ਹੱਲ ਕੱਢਣ ਲਈ ਸਰਕਾਰ ਨੂੰ ਵੀ ਸੇਕ ਲਾਇਆ ਜਾ ਸਕਦਾ। ਕਹਿਣ ਨੂੰ ਤਾਂ ਸੇਕ ਹੋਊਗਾ, ਉਹ ਤਾਂ ਸਹਿਮਤੀ ਵੀ ਸਕਦੀ ਹੈ। ਤੁਹਾਨੂੰ ਲੱਗਦਾ ਕਿ ਹੁਣ ਗੱਲ ਹੱਲ ਕੱਢਣ ਵੱਲ ਸੰਵਿਧਾਨਕ ਸੰਸਥਾਵਾਂ ਤੋਂ ਰਾਹੀਂ ਤੁਰੀ ਹੈ? ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਹੁਣ 9 ਮਹੀਨੇ ਤੋਂ ਵੱਧ ਹੋ ਗਏ ਨੇ, 26 ਤਰੀਕ ਨੂੰ 10 ਮਹੀਨੇ ਹੋ ਜਾਣਗੇ। 10 ਮਹੀਨੇ ਤੋਂ ਨੈਸ਼ਨਲ ਹਾਈਵੇ ਦਾ ਬੰਦ ਹੋਣਾ, ਦਿੱਲੀ ਦੇ ਸਿੰਘੂ ਬਾਰਡਰ ਦੇ ਉੱਤੇ, ਭਾਵੇਂ ਟਿਕਰੀ ਬਾਰਡਰ ਦੇ ਉੱਤੇ ਜਾਂ ਗਾਜੀਪੁਰ ਬਾਰਡਰ ਦੇ ਉੱਤੇ ਰਸਤੇ ਬੰਦ ਹੋਣਾ, ਦਿੱਲੀ ਵਾਲਿਆਂ ਨੂੰ ਜਾਂ ਹਰਿਆਣਾ ਤੋਂ ਦਿੱਲੀ ਜਾਂ ਪੰਜਾਬ ਤੋਂ ਦਿੱਲੀ ਜਾਣ ਵਾਲਿਆਂ ਨੂੰ ਜਾਂ ਨੈਸ਼ਨਲ ਹਾਈਵੇ ਦੇ ਉੱਤੇ ਸਫ਼ਰ ਕਰਨ ਵਾਲਿਆਂ ਨੂੰ ਜਿਸ ਤਰੀਕੇ ਦੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਵਾਕਈ ਉਹ ਤੁਸੀਂ ਵੀ ਅਗਰ ਦਿੱਲੀ ਜਾਓਗੇ ਤਾਂ ਇਹ ਪਰੇਸ਼ਾਨੀ ਤੁਹਾਨੂੰ ਲੱਗੇਗੀ ਕਿ ਵੀ ਜਿਸ ਤਰੀਕੇ ਨਾਲ ਪਿੰਡਾਂ ਰਾਹੀਂ ਤੁਸੀਂ ਦਿੱਲੀ ਪਹੁੰਚਦੇ ਹੋ ਤੇ ਦਿੱਲੀ ਦਾ ਰਾਹ 2-3 ਘੰਟੇ ਹੋਰ ਵੱਧ ਜਾਂਦਾ ਹੈ। ਉੱਥੇ ਦੇ ਇੰਡਸਟਰੀਲਿਸਟ ਜਿਨ੍ਹਾਂ ਦੀ ਭਾਵੇਂ ਉਹ ਸਿੰਘੂ ਬਾਰਡਰ ਦੇ ਆਸ-ਪਾਸ ਇੰਡਸਟਰੀ ਹੋਏ ਜਾਂ ਬਹਾਦਰਗੜ੍ਹ ਬਾਰਡਰ ਦੇ ਵਿੱਚ ਹੋਣ, ਉਹ ਤਕਰੀਬਨ ਬੰਦ ਹੋਣ ਦੀ ਕਗਾਰ 'ਚ ਆ ਚੁੱਕੇ ਨੇ। ਕਿਸਾਨ ਆਪਣੇ ਜਿਹੜੀ ਖੇਤੀ ਨੂੰ ਜਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਤਾਂ ਗੱਲ ਕਰਦੇ ਨੇ, ਦੂਜੇ ਪਾਸੇ ਸਨਅਤਕਾਰ ਵੀ ਉਹਨਾਂ ਦੇ ਹੀ ਭਰਾ ਹੈਗੇ ਨੇ। ਉਹਨਾਂ ਨੂੰ ਪਰੇਸ਼ਾਨੀ ਨਾ ਹੋਏ, ਇਹਦਾ ਵੀ ਹੱਲ ਲੱਭਣ ਦੀ ਲੋੜ ਹੈਗੀ ਹੈ। 10 ਮਹੀਨੇ ਤੋਂ ਸਰਕਾਰ ਜ਼ਰੂਰ, ਤੁਸੀਂ ਉੱਥੇ ਬੈਠੇ ਹੋ, ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ, 10 ਮਹੀਨੇ ਤੱਕ ਸਾਰਿਆਂ ਨੇ ਸਾਥ ਵੀ ਦਿੱਤਾ। ਮੈਨੂੰ ਇਹ ਲੱਗਦਾ ਹੈ ਕਿ ਸਮਝਦਾਰੀ ਇਹਦੇ ਵਿੱਚ ਹੀ ਹੈ ਜਿਹੜੀ ਕਿਸਾਨ ਆਲਰੇਡੀ ਦਿਖਾ ਚੁੱਕੇ ਨੇ। ਕੱਲ੍ਹ ਦੀ ਖਬਰਾਂ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਜਦ ਸੋਨੀਪਤ ਪ੍ਰਸ਼ਾਸਨ ਦੇ ਨਾਲ ਕਿਸਾਨਾਂ ਦੀ ਗੱਲ ਹੋਈ ਤੇ ਇੱਕ ਪਾਸੇ ਦਾ ਰਾਹ ਖੋਲ੍ਹਣ ਵਾਸਤੇ ਉਹ ਤਕਰੀਬਨ ਐਗਰੀ ਹੋ ਗਏ ਨੇ। ਅੱਜ ਵੀ ਇਹ ਮੀਟਿੰਗ ਹੈਗੀ ਹੈ, ਭਾਵੇਂ ਮਨੁੱਖੀ ਅਧਿਕਾਰ ਕਮਿਸ਼ਨ ਦੇ ਰਾਹੀਂ ਜਾਂ ਫਿਰ ਸੁਪਰੀਮ ਕੋਰਟ ਦੀ ਇੰਸਟਰਕਸ਼ਨ ਦੇ ਰਾਹੀਂ ਇਹ ਗੱਲਾਂ ਹੋ ਰਹੀ ਹੋਣ, ਔਰ ਕਿਸਾਨ ਵੀ ਆਪਣੀ ਸਮਝਦਾਰੀ ਦਿਖਾ ਰਹੇ ਨੇ ਔਰ ਇੱਕ ਪਾਸੇ ਦਾ ਰਾਹ ਖੋਲ੍ਹਣ ਵਾਸਤੇ ਤਿਆਰ ਹੋ ਰਹੇ ਨੇ। ਭਾਸਕਰ ਸਾਹਿਬ ਜੀ ਭਾਸਕਰ ਸਾਹਿਬ, ਸੱਤਾਧਾਰੀਆਂ ਨੂੰ, ਸਰਕਾਰਾਂ ਨੂੰ, ਹਾਕਮਾਂ ਨੂੰ, ਉਹਨਾਂ ਨੂੰ ਵੀ ਚਾਹੀਦਾ ਕਿ ਉਹ ਸੰਵੇਦਨਸ਼ੀਲਤਾ ਦਿਖਾਉਣ। ਕੌਣ ਘਰ ਬਾਹਰ ਛੱਡਣਾ ਚਾਹੁੰਦਾ ਹੈ? ਕੌਣ ਰਿਸ਼ਤੇ ਛੱਡ ਕੇ ਸਾਲਾਂ ਬੱਧੀ ਕਿਤੇ ਬਹਿਣਾ ਚਾਹੁੰਦਾ ਹੈ? ਕੌਣ ਧੁੱਪਾਂ ਤੇ ਬਾਰਿਸ਼ਾਂ ਆਪਣੇ ਪਿੰਡੇ ਤੇ ਹੰਡਾਉਣਾ ਚਾਹੁੰਦਾ ਹੈ ਜਦੋਂ ਘਰ ਕੁੱਲੇ ਵਧੀਆ ਬਣੇ ਹੋਣ? ਪੰਜਾਬ ਦੇ ਵਿੱਚ ਕੋਈ ਐਸੀ ਜਗ੍ਹਾ ਨਹੀਂ ਜਿਹੜੀ ਹੁਣ ਕੱਚੀ ਹੋਵੇ, ਬਹੁਤ ਰੇਤ ਹੈਗੀ ਹੈ। ਕੋਠੀਆਂ ਵਧੀਆ ਬਣੀਆਂ, ਕਿਸਾਨੀ ਖੁਸ਼ਹਾਲ ਕਿਸਾਨੀ ਹੈ, ਮਾੜੀ ਕਿਸਾਨੀ ਨਹੀਂ ਗੀ। ਲੇਕਿਨ ਬਹੁਤ ਸਾਰੇ ਪੈਸੇ ਕਿਸਾਨਾਂ ਦੇ ਵੀ ਲੱਗੇ ਆ ਇਸ ਅੰਦੋਲਨ ਦੇ ਵਿੱਚ। ਜਿੰਨਾ ਸਰਮਾਇਆ ਕਿਸਾਨਾਂ ਦਾ ਲੱਗਿਆ, ਪੰਜਾਬ ਦਾ ਲੱਗਿਆ, ਨੁਕਸਾਨ ਵੀ ਹੋਇਆ। ਸਰਕਾਰ ਨੂੰ ਸੰਵੇਦਨਸ਼ੀਲਤਾ ਦਿਖਾਉਂਦੇ ਆ ਇਸ ਮਸਲੇ ਵੱਲ ਪਹਿਲ ਕਰਨੀ ਚਾਹੀਦੀ ਆ। ਇਹ ਕਿਸਾਨ ਕੋਈ ਦਿੱਲੀ ਦੀ ਰਿਸ਼ਤੇਦਾਰੀ ਲਈ ਨਹੀਂ ਸੀ ਗਏ, ਇਹ ਤਾਂ ਅੰਦੋਲਨ ਲਈ ਗਏ ਆ, ਤੇ ਅੰਦੋਲਨ ਇੰਜ ਹੀ ਹੁੰਦੇ ਆ। ਸਰਕਾਰਾਂ ਨੇ ਦੇਖਣਾ ਹੁੰਦਾ ਕਿ ਸਾਰੀਆਂ ਧਿਰਾਂ ਨਾਲ ਉਹ ਕਿਵੇਂ ਸਿੱਝਣ। ਅੜੀ, ਉਹ ਕਹਿੰਦੇ ਹੁੰਦੇ ਇੱਕ ਤੇਰੀ ਅੜ ਭੰਨਣੀ, ਛੱਡ ਦਿੰਦੇ ਆਪਾਂ ਗੱਲ ਨੂੰ, ਅੜੀ ਛੱਡ ਦੇਣੀ ਚਾਹੀਦੀ ਆ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ।